ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ-ਪ੍ਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਆਜ਼ਾਦੀ ਘੁਲਾਟੀਏ ਬਿਪਿਨ ਚੰਦਰ ਪਾਲ, ਸੁਤੰਤਰਤਾ ਸੰਗਰਾਮੀ ਅਤੇ ਸਿੱਖਿਆ ਸ਼ਾਸਤਰੀ ਅਸ਼ਵਨੀ ਕੁਮਾਰ ਦੱਤਾ ਤੇ ਆਜ਼ਾਦੀ ਘੁਲਾਟੀਏ ਚਿਦੰਬਰਮ ਸੁਬਰਾਮਨਿਅਮ ਦੇ ਬਾਰੇ ਗੱਲ ਕਰ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। ਅੱਜ ਦੀ ਲੜੀ ਵਿੱਚ ਅਸੀਂ ਵੱਡੇ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਵਿਪਿਨ ਚੰਦਰ ਪਾਲ ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਜਨਮ 7 ਨਵੰਬਰ 1858 ਨੂੰ ਬਰਤਾਨਵੀ ਭਾਰਤ ਦੇ ਸਿਲਹਟ ਵਿੱਚ ਹੋਇਆ ਸੀ, ਜੋ ਹੁਣ ਬੰਗਲਾਦੇਸ਼ ਵਿੱਚ ਹੈ। ਭਾਰਤੀ ਰਾਸ਼ਟਰਵਾਦੀ ਅੰਦੋਲਨ ਦੇ ਸ਼ੁਰੂਆਤੀ ਨੇਤਾ ਵਿਪਿਨ ਚੰਦਰ ਪਾਲ ਲਾਲਾ ਲਾਜਪਤ ਰਾਏ ਅਤੇ ਬਾਲ ਗੰਗਾਧਰ ਤਿਲਕ ਦੇ ਨਾਲ ਲਾਲ ਬਾਲ ਪਾਲ ਦੀ ਤਿਕੜੀ ਵਿੱਚ ਸ਼ਾਮਲ ਸਨ। ਇਹ ਤਿੰਨੋਂ ਨਰਮਪੰਥੀਆਂ ਵੱਲੋਂ ਅਪਣਾਈਆਂ ਜਾਣ ਵਾਲੀਆਂ ਅਰਜ਼ੀਆਂ ਦੇ ਤਰੀਕੇ ਉੱਪਰ ਸਵਾਲ ਚੁੱਕਦੇ ਸਨ ਤੇ ਸਿਆਸੀ ਮੰਤਵਾਂ ਨੂੰ ਹਾਸਲ ਕਰਨ ਦੇ ਲਈ ਸਿੱਧੀ ਕਾਰਵਾਈ ਵਾਸਤੇ ਤਰਕ ਦਿੰਦੇ ਸਨ। 1886 ਵਿੱਚ ਵਿਪਿਨ ਚੰਦਰ ਪਾਲ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ। ਉਹਨਾਂ ਨੇ ਪੱਖਪਾਤ ਦੇ ਨਾਲ ਭਰੇ ਹਥਿਆਰ ਕਾਨੂੰਨ ਨੂੰ ਰੱਦ ਕਰਨ ਵਾਸਤੇ ਮਜ਼ਬੂਤ ਦਲੀਲ ਦਿੱਤੀ। 1905 ਦੀ ਬੰਗਾਲ ਵੰਡ ਨੇ ਵਿਪਿਨ ਚੰਦਰ ਪਾਲ ਨੂੰ ਗਹਿਰਾਈ ਨਾਲ ਝੰਜੋੜ ਕੇ ਰੱਖ ਦਿੱਤਾ। ਉਹਨਾਂ 1906 ਵਿੱਚ ਬੰਦੇ ਮਾਤਰਮ ਰਸਾਲੇ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਅਰਬਿੰਦੋ ਘੋਸ਼ ਜਲਦੀ ਹੀ ਸੰਪਾਦਕ ਦੇ ਤੌਰ ਤੇ ਸ਼ਾਮਲ ਹੋ ਗਏ। ਵਿਪਿਨ ਚੰਦਰ ਪਾਲ ਨੂੰ ਭਾਰਤ ਵਿੱਚ ਕ੍ਰਾਂਤੀਕਾਰੀ ਵਿਚਾਰਾਂ ਦੇ ਜਨਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਅਰਬਿੰਦੋ ਘੋਸ਼ ਨਾਲ ਉਹਨਾਂ ਨੇ ਪੂਰਨ ਸਵਰਾਜ, ਸਵਦੇਸ਼ੀ, ਬਾਈਕਾਟ ਅਤੇ ਕੌਮੀ ਸਿੱਖਿਆ ਦੇ ਆਦਰਸ਼ਾਂ ਵਾਲੇ ਇੱਕ ਨਵੇਂ ਰਾਸ਼ਟਰੀ ਅੰਦੋਲਨ ਦੇ ਮੁੱਖ ਸੂਤਰਧਾਰ ਵਜੋਂ ਪਛਾਣਿਆ ਜਾਂਦਾ ਹੈ। ਵਿਪਿਨ ਚੰਦਰ ਪਾਲ ਨੇ ਅਨੁਸ਼ੀਲਨ ਕਮੇਟੀ ਦੀ ਸਥਾਪਨਾ ਵਿੱਚ ਵੀ ਮਦਦ ਕੀਤੀ, ਜਿਸ ਨੇ ਭਾਰਤ ਵਿੱਚ ਬਰਤਾਨਵੀ ਹਕੂਮਤ ਨੂੰ ਖਤਮ ਕਰਨ ਵਿੱਚ ਕ੍ਰਾਂਤੀਕਾਰੀ ਹਿੰਸਾ ਦਾ ਸਮਰਥਨ ਕੀਤਾ ਅਤੇ ਹਫ਼ਤਾਵਾਰ ਕਲਾਸਾਂ ਅਤੇ ਗੱਲਬਾਤ ਦੇ ਮਾਧਿਅਮ ਨਾਲ ਨੌਜਵਾਨਾਂ ਵਿੱਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਕੀਤੀ। ਅਸਹਿਯੋਗ ਦੇ ਰੂਪ ਵਿੱਚ ਹੋਣ ਵਾਲੇ ਵਿਰੋਧ ਵਿੱਚ ਉਹਨਾਂ ਦਾ ਯਕੀਨ ਨਹੀਂ ਸੀ ਅਤੇ ਇਸੇ ਮੁੱਦੇ ਉੱਤੇ ਉਹਨਾਂ ਦਾ ਮਹਾਤਮਾ ਗਾਂਧੀ ਨਾਲ ਮਤਭੇਦ ਸੀ। 1920 ਵਿੱਚ ਪਾਲ ਉਹਨਾਂ ਸੀਨੀਅਰ ਨੇਤਾਵਾਂ ਵਿੱਚ ਸਨ, ਜਿਨ੍ਹਾਂ ਨੇ ਅਸਹਿਯੋਗ ਉੱਪਰ ਗਾਂਧੀ ਦੇ ਮਤੇ ਦਾ ਵਿਰੋਧ ਇਸ ਤੱਥ ਨਾਲ ਕੀਤਾ ਕਿ ਇਹ ਸਵੈ ਸਰਕਾਰ ਨੂੰ ਉਚਾਰਨ ਨਹੀਂ ਕਰਦਾ। ਵਿਪਿਨ ਚੰਦਰ ਪਾਲ ਨੇ ਸਮਾਜਿਕ ਅਤੇ ਆਰਥਿਕ ਬੁਰਾਈਆਂ ਨੂੰ ਦੂਰ ਕਰਨ ਦੇ ਯਤਨ ਕੀਤੇ। ਉਹਨਾਂ ਨੇ ਜਾਤੀ ਪ੍ਰਥਾ ਦਾ ਵਿਰੋਧ ਕੀਤਾ ਤੇ ਵਿਧਵਾ ਮੁੜ ਵਿਆਹ ਦੀ ਹਿਮਾਇਤ ਕੀਤੀ। ਆਪਣੀ ਪਹਿਲੀ ਘਰਵਾਲੀ ਦੀ ਮੌਤ ਹੋਣ ਮਗਰੋਂ ਉਹਨਾਂ ਨੇ ਇੱਕ ਵਿਧਵਾ ਨਾਲ ਵਿਆਹ ਕੀਤਾ ਤੇ ਬ੍ਰਹਮਾ ਸਮਾਜ ਵਿੱਚ ਸ਼ਾਮਲ ਹੋ ਗਏ। ਵਿਪਿਨ ਚੰਦਰ ਪਾਲ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹ ਇੱਕ ਚੰਗੇ ਨੇਤਾ, ਸਿੱਖਿਅਕ, ਪੱਤਰਕਾਰ, ਬੁਲਾਰਾ ਅਤੇ ਲੇਖਕ ਸਨ। ਅੱਜ ਅਸੀਂ ਆਜ਼ਾਦੀ ਘੁਲਾਟੀਏ ਅਤੇ ਸਿੱਖਿਆ ਸ਼ਾਸਤਰੀ ਅਸ਼ਵਨੀ ਕੁਮਾਰ ਦੱਤਾ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ 7 ਨਵੰਬਰ 1923 ਨੂੰ ਸਾਨੂੰ ਅਲਵਿਦਾ ਕਹਿ ਦਿੱਤਾ ਸੀ। ਦੱਤਾ ਨੂੰ ਬੰਗਾਲ ਵੰਡ ਨੇ ਸਵਦੇਸ਼ੀ ਅੰਦੋਲਨ ਵੱਲ ਖਿੱਚਿਆ ਤੇ ਉਹਨਾਂ ਨੇ ਸਵਦੇਸ਼ੀ ਉਤਪਾਦਾਂ ਨੂੰ ਹੱਲਾਸ਼ੇਰੀ ਦੇਣ ਅਤੇ ਵਿਦੇਸ਼ੀ ਵਸਤਾਂ ਦਾ ਬਾਈਕਾਟ ਕਰਨ ਦੇ ਲਈ ਸਵਦੇਸ਼ ਬਾਂਧਵ ਸਮਿਤੀ ਦੀ ਸਥਾਪਨਾ ਕੀਤੀ। 1908 ਵਿੱਚ ਨਵੇਂ ਸਥਾਪਿਤ ਕੀਤੇ ਪੂਰਬੀ ਬੰਗਾਲ ਅਤੇ ਅਸਾਮ ਦੀ ਸਰਕਾਰ ਨੇ ਸਵਦੇਸ਼ ਬਾਂਧਵ ਸਨਮਤੀ ਉੱਪਰ ਪਾਬੰਦੀ ਲਗਾ ਦਿੱਤੀ ਅਤੇ ਦੱਤਾ ਨੂੰ ਲਖਨਊ ਦੀ ਜੇਲ੍ਹ ਵਿੱਚ ਪਾ ਦਿੱਤਾ ਗਿਆ। বিধির বাঁধন কাটবে তুমি এমন শক্তিমান, তুমি কি এমনি শক্তিমান, আমাদের ভাঙা গড়া তোমার হাতে এমন অভিমান, তোমাদের এমনি অভিমান। 1921 ਵਿੱਚ ਮਹਾਤਮਾ ਗਾਂਧੀ ਇਸ ਮਹਾਨ ਨੇਤਾ ਪ੍ਰਤੀ ਸਨਮਾਨ ਦਿਖਾਉਣ ਲਈ 12 ਸਾਲ ਗਏ ਸਨ। ਅਸੀਂ ਇਸ ਮਹਾਨ ਭਾਰਤੀ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ, ਜਿਸ ਨੇ ਆਪਣੇ ਜੀਵਨ ਦੇ ਅੰਤ ਤੱਕ ਭਾਰਤੀ ਜਨਤਾ ਵਾਸਤੇ ਅਣਥੱਕ ਯਤਨ ਕੀਤੇ। ਅੱਜ ਅਸੀਂ ਆਜ਼ਾਦੀ ਘੁਲਾਟੀਏ ਅਤੇ ਭਾਰਤ ਰਤਨ ਚਿਦੰਬਰਮ ਸੁਬਰਾਮਨਿਅਮ ਨੂੰ ਵੀ ਯਾਦ ਕਰਦੇ ਹਾਂ, ਜਿਨ੍ਹਾਂ ਦੀ 7 ਨਵੰਬਰ 2000 ਨੂੰ ਮੌਤ ਹੋ ਗਈ ਸੀ।
ਆਪਣੇ ਕਾਲਜ ਦੇ ਦਿਨਾਂ ਤੋਂ ਹੀ ਉਹ ਅੰਗਰੇਜ਼ਾਂ ਦੇ ਖਿਲਾਫ ਨਾਫਰਮਾਨੀ ਅੰਦੋਲਨ ਦੇ ਸਰਗਰਮ ਮੈਂਬਰ ਸਨ ਅਤੇ 1942 ਵਿੱਚ ਭਾਰਤ ਛੱਡੋ ਅੰਦੋਲਨ ਦੌਰਾਨ ਉਹ ਜੇਲ੍ਹ ਵੀ ਗਏ ਸਨ। ਬਾਅਦ ਵਿੱਚ ਉਹਨਾਂ ਨੂੰ ਸੰਵਿਧਾਨ ਸਭਾ ਲਈ ਚੁਣਿਆ ਗਿਆ। ਆਜ਼ਾਦੀ ਮਗਰੋਂ ਸੁਬਰਾਮਨਿਅਮ ਨੇ ਕਈ ਮੌਕਿਆਂ ਉੱਪਰ ਕੇਂਦਰੀ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ ਅਤੇ ਬਾਅਦ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਵਜੋਂ ਵੀ ਕੰਮ ਕੀਤਾ। ਕੇਂਦਰੀ ਖੁਰਾਕ ਅਤੇ ਖੇਤੀ ਮੰਤਰੀ ਦੇ ਰੂਪ ਵਿੱਚ ਉਹਨਾਂ ਨੇ ਭਾਰਤੀ ਹਰੀ ਕ੍ਰਾਂਤੀ ਦੀ ਸ਼ੁਰੂਆਤ ਕਰਨ ਵਿੱਚ ਮਦਦ ਕੀਤੀ। ਉਹਨਾਂ ਨੂੰ 1998 ਵਿੱਚ ਭਾਰਤ ਰਤਨ ਨਾਲ ਸਨਮਾਨਿਆ ਗਿਆ ਸੀ। ਅਸੀਂ ਇਸ ਮਹਾਨ ਭਾਰਤੀ ਰਾਸ਼ਟਰਵਾਦੀ ਨੂੰ ਸਲਾਮ ਕਰਦੇ ਹਾਂ।